ਜੇ ਇਤਿਹਾਸਿਕ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਅਗਸਤ ਦਾ ਜੋ ਮਹੀਨਾ ਹੈ ਉਹ ਪਾਕਿਸਤਾਨ ਤੇ ਹਿੰਦੁਸਤਾਨ ਦੋਵਾਂ ਲਈ ਬਹੁਤ ਹੀ ਅਹਿਮ ਮੰਨਿਆ ਜਾਂਦਾ ਹੈ। ਤੁਸੀਂ ਸਾਰੇ ਜਿਵੇਂ ਕਿ ਜਾਣਦੇ ਹੋਵੋਗੇ ਕਿ 14 ਅਗਸਤ ਨੂੰ ਪਾਕਿਸਤਾਨ ਦਾ ਜਨਮ ਹੋਇਆ ਸੀਗਾ ਤੇ 15 ਅਗਸਤ ਨੂੰ ਭਾਰਤ ਨੂੰ ਅੰਗਰੇਜ਼ਾਂ ਦੇ ਕੋਲੋਂ ਆਪਣੀ ਆਜ਼ਾਦੀ ਜੋ ਸੀ ਉਹ ਮਿਲੀ ਸੀ। ਤੇ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਇਸ ਅਗਸਤ ਦੇ ਮਹੀਨੇ ਦੇ ਇਤਿਹਾਸ ਦੇ ਵਿੱਚ ਇੱਕ ਹੋਰ ਤਰੀਕ ਜੋ ਸੀ ਉਹ ਦਰਜ ਹੋ ਗਈ ਤੇ ਉਹ ਤਰੀਕ ਸੀਗੀ 5 ਅਗਸਤ, ਕਿਉਂਕਿ 5 ਅਗਸਤ 2019 ਨੂੰ ਬੀਜੇਪੀ ਗਵਰਨਮੈਂਟ ਜੋ ਕਿ ਇਸ ਵੇਲੇ ਸੈਂਟਰਲ ਗਵਰਨਮੈਂਟ ਹੈ ਹਿੰਦੁਸਤਾਨ ਦੀ, ਉਹਨੇ ਇੱਕ ਇਦਾਂ ਦਾ ਫੈਸਲਾ ਲਿਆ ਸੀਗਾ, ਇਦਾਂ ਦਾ ਅਹਿਮ ਫੈਸਲਾ ਜਿਹਨੂੰ ਆਪਾਂ ਕਹਿ ਸਕਦੇ ਇੱਕ ਸ਼ੌਕਿੰਗ ਫੈਸਲਾ, ਜਿਸ ਨੇ ਕਸ਼ਮੀਰ ਸਟੇਟ ਦੀ, ਜੰਮੂ ਐਂਡ ਕਸ਼ਮੀਰ ਦੀ ਪੂਰੀ ਇਮੇਜ ਜੋ ਸੀ, ਜੋ ਤਸਵੀਰ ਸੀਗੀ, ਕਾਫੀ ਹੱਦ ਤੱਕ ਹਮੇਸ਼ਾ ਲਈ ਬਦਲ ਦਿੱਤੀ। ਕੀ ਸੀ ਉਹ ਫੈਸਲਾ? ਕਿਉਂਕਿ ਇਹ ਉਹੀ ਕਸ਼ਮੀਰ ਹੈ ਜਿਹਦੇ ਕਰਕੇ 60 ਸਾਲਾਂ ਤੋਂ ਪਾਕਿਸਤਾਨ ਤੇ ਇੰਡੀਆ ਦੇ ਵਿੱਚ 2 ਜੰਗਾਂ ਆਲਰੇਡੀ ਹੋ ਚੁੱਕੀਆਂ ਨੇ, ਸ਼ਾਇਦ ਤੀਜੀ ਦੀ ਤਿਆਰੀ ਹੋਵੇ। ਉਹੀ ਕਸ਼ਮੀਰ ਹੈ ਜੋ ਕਿ ਇਸ ਵੇਲੇ ਭਾਰਤ ਦੀ ਇਕਲੌਤੀ ਮਸਲਮ ਮੈਜੋਰਿਟੀ ਸਟੇਟ ਹੈ ਤੇ ਉਹੀ ਕਸ਼ਮੀਰ ਹੈ ਜਿਹਨੂੰ ਅੱਜ ਤੱਕ ਇੰਡੀਆ ਦੀ ਸਭ ਤੋਂ ਡਿਸਟਰਬਡ ਸਟੇਟ ਜੋ ਹੈ ਉਹ ਮੰਨਿਆ ਜਾਂਦਾ ਹੈ। ਸੋ ਕੀ ਹੋਇਆ ਸੀ 5 ਅਗਸਤ 2019 ਨੂੰ ਜਿਹਨੇ ਕਸ਼ਮੀਰ ਦੇ ਵਿੱਚ ਇੰਨਾ ਬਦਲਾਅ ਜੋ ਸੀ ਉਹ ਲਿਆਂਦਾ, ਜੋ ਰੋਜ਼ ਦੀ ਇੱਕ ਏਡੀ ਲੰਬੀ ਲਹਿਰ ਸ਼ੁਰੂ ਹੋਈ ਸੀਗੀ, ਉਹਦਾ ਕਾਰਨ ਬਣਿਆ। ਸੋ 2019 ਦੇ ਵਿੱਚ ਅਗਸਤ ਮਹੀਨੇ ਦੀ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਸ਼ੁਰੂਆਤ ਹੋਈ। 5 ਅਗਸਤ ਤੋਂ ਪਹਿਲਾਂ ਹੀ ਕਸ਼ਮੀਰ ਦੇ ਵਿੱਚ ਇੱਕ ਬਹੁਤ ਵੱਡਾ, ਅੱਜ ਤੱਕ ਦੀ ਹਿਸਟਰੀ ਦਾ ਸਭ ਤੋਂ ਵੱਡਾ ਕਰਫਿਊ ਜੋ ਸੀ ਉਹ ਲਗਾ ਦਿੱਤਾ ਗਿਆ ਸੀਗਾ ਤੇ ਇਸ ਕਰਫਿਊ ਦੌਰਾਨ ਕਾਲਜਸ ਬੰਦ ਕੀਤੇ ਜਾ ਚੁੱਕੇ ਸਨ, ਟਰਾਂਸਪੋਰਟੇਸ਼ਨ ਬੰਦ ਹੋ ਚੁੱਕੀ ਸੀ, ਨਾ ਕੋਈ ਅੰਦਰ ਜਾ ਸਕਦਾ ਸਟੇਟ ਦੇ, ਨਾ ਕੋਈ ਬਾਹਰ ਆ ਸਕਦਾ ਸੀਗਾ। ਜੋ ਟੂਰਿਸਟ ਉੱਥੇ ਗਏ ਹੋਏ ਸੀਗੇ ਉਹਨਾਂ ਨੂੰ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਜਲਦ ਤੋਂ ਜਲਦ ਸਟੇਟ ਛੱਡ ਕੇ ਬਾਹਰ ਚਲ ਜਾਓ। ਉਸ ਤੋਂ ਬਾਅਦ ਜੋ ਮੀਡੀਆ ਸੀ ਉਹਦਾ ਟੋਟਲ ਬਲੈਕ ਆਊਟ ਹੋ ਚੁੱਕਾ ਸੀ, ਉੱਥੇ ਕੋਈ ਸਿਗਨਲ ਨਹੀਂ ਸੀ, ਕੋਈ ਇੱਕ ਦੂਜੇ ਨੂੰ ਫੋਨ ਨਹੀਂ ਸੀ ਕਰ ਸਕਦਾ, ਇੰਟਰਨੈਟ ਟੋਟਲੀ ਬਲੈਕਡ ਆਊਟ। It was basically the biggest blackout that we had seen thus far. And being a Punjabi, ਆਪਾਂ ਇਸ ਗੱਲ ਨਾਲ ਰਿਲੇਟ ਕਰ ਸਕਦੇ ਹਾਂ ਕਿਉਂਕਿ once upon a time ਪੰਜਾਬ ਦੇ ਉੱਤੇ ਵੀ ਕੁਝ ਇਦਾਂ ਦਾ ਕਰਫਿਊ ਜੋ ਸੀ ਉਹ ਲਗਾਇਆ ਗਿਆ ਸੀ 1984 ਦੇ ਵਿੱਚ। ਤੇ ਉਸ ਤੋਂ ਬਾਅਦ ਸਾਡੇ ਨਾਲ ਕੀ ਹੋਇਆ ਉਸ ਦਾ ਇਤਿਹਾਸ ਗਵਾਹ ਹੈ। ਪਰ ਗੱਲ ਕਰਦੇ ਹਾਂ, ਵਾਪਸ ਜਾਂਦੇ ਹਾਂ ਕਸ਼ਮੀਰ ਦੇ ਉੱਤੇ। ਸੋ ਪੂਰਾ ਹਫਤਾ ਪਲੈਨਿੰਗ ਹੋਈ, ਮਿਲਟਰੀ ਜੋ ਸੀ ਉਹ ਵਧਾ ਦਿੱਤੀ ਗਈ ਸਟੇਟ ਦੇ ਵਿੱਚ ਤੇ ਉਸ ਤੋਂ ਬਾਅਦ 5 ਅਗਸਤ ਨੂੰ ਜੋ 2 ਬਿੱਲ ਸੀਗੇ ਉਹ ਇੰਟਰੋਡਿਊਸ ਕੀਤੇ ਗਏ। ਅਮਿਤ ਸ਼ਾਹ ਬੀਜੇਪੀ ਦੇ ਜੋ ਬੁਲਾਰੇ ਸਨ ਉਹਨਾਂ ਨੇ ਪਾਰਲੀਮੈਂਟ ਦੇ ਮੁਰੇ ਪ੍ਰਸਤਾਵ ਰੱਖਿਆ ਸੀਗਾ ਕਿ ਆਰਟੀਕਲ 370 ਤੇ ਆਰਟੀਕਲ 35A ਜੋ ਕਿ ਬਹੁਤ ਅਹਿਮ ਹਿੱਸਾ ਰਹਿ ਚੁੱਕੇ ਨੇ ਕਸ਼ਮੀਰ ਦੇ ਇਤਿਹਾਸ ਦੇ, ਉਹਨਾਂ ਨੂੰ ਰਿਵੋਕ ਕੀਤਾ ਜਾਵੇ। ਤੇ ਇਹ ਇੰਪੋਰਟੈਂਟ ਕਿਉਂ ਸੀ? ਇਹ ਜਾਣਨ ਤੋਂ ਪਹਿਲਾਂ ਇਹ ਜਾਣਨਾ ਵੱਧ ਜ਼ਰੂਰੀ ਹੈ ਕਿ ਆਰਟੀਕਲ 370 370 ਤੇ ਆਰਟੀਕਲ 35A ਏਡੇ ਜ਼ਰੂਰੀ ਕਿਉਂ ਸਨ ਇਹਨਾਂ ਕਸ਼ਮੀਰੀਆਂ ਲਈ? ਕਿਉਂਕਿ ਜੇ ਦੇਖਿਆ ਜਾਵੇ 5 ਅਗਸਤ ਤੋਂ ਬਾਅਦ ਇਹ ਬਲੈਕ ਆਊਟ ਕਰਫਿਊ ਤੋਂ ਬਾਅਦ ਇੱਕ ਰੋਜ਼ ਦੀ ਬਹੁਤ ਲੰਬੀ ਲਹਿਰ ਜੋ ਸੀ ਉਹ ਚਾਲੂ ਹੋਈ ਸੀ। ਸੋ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਆਰਟੀਕਲ 370 ਤੇ 35A ਹੈ ਕੀ। ਅੰਗਰੇਜ਼ੀ ਦਾ ਇੱਕ ਸ਼ਬਦ ਹੈ ਆਟੋਨਮੀ, ਜਿਸ ਦਾ ਪੰਜਾਬੀ ਦੇ ਵਿੱਚ ਮਤਲਬ ਹੁੰਦਾ ਹੈ ਖੁਦ ਮੁਖਤਿਆਰੀ। ਤੇ ਆਰਟੀਕਲ 370 ਤੇ 35A ਜੋ ਕਿ ਖੁਦ ਇੰਡੀਅਨ ਇੰਸਟੀਟਿਊਸ਼ਨ ਦਾ ਇੱਕ ਹਿੱਸਾ ਨੇ, ਉਹਨਾਂ ਨੇ ਕਸ਼ਮੀਰ ਨੂੰ ਇਹ ਆਟੋਨਮੀ ਜੋ ਸੀ ਉਹ ਦਿੱਤੀ ਹੋਈ ਸੀ ਤੇ ਇਹਨਾਂ ਆਰਟੀਕਲਸ ਕਰਕੇ ਕਸ਼ਮੀਰ ਦਾ ਪੂਰੇ ਭਾਰਤ ਦੇ ਵਿੱਚ ਇੱਕ ਸਪੈਸ਼ਲ ਸਟੇਟਸ ਸੀ। ਉਹਨਾਂ ਕੋਲੇ ਸਪੈਸ਼ਲ ਰਾਈਟਸ ਸੀਗੇ ਕੰਪੇਅਰ ਟੂ ਅਦਰ ਸਟੇਟਸ, ਜਿਨ੍ਹਾਂ ਵਿੱਚ ਕਸ਼ਮੀਰ ਦੀ ਖੁਦ ਕੋਲ ਆਪਣੀ ਇੱਕ ਕਨਸਟੀਟਿਊਸ਼ਨ ਸੀ, ਖੁਦ ਦਾ ਇੱਕ ਝੰਡਾ ਸੀਗਾ ਤੇ ਸਭ ਤੋਂ ਜ਼ਰੂਰੀ ਉਹਨਾਂ ਕੋਲ ਖੁਦ ਦੇ ਰੂਲਸ ਬਣਾਉਣ ਦਾ ਹੱਕ ਸੀ, ਚਾਹੇ ਉਹ ਪ੍ਰੋਪਰਟੀ ਓਨਰਸ਼ਿਪ ਦੀ ਗੱਲ ਹੋਵੇ, ਪੋਲੀਟੀਕਲ ਪਾਵਰ ਦੀ ਗੱਲ ਹੋਵੇ, ਜਾਂ ਫਿਰ ਆਮ ਪਰਮਾਨੈਂਟ ਰੈਜ਼ੀਡੈਂਸੀ ਦੀ ਵੀ ਗੱਲ ਹੋਵੇ। ਇਹਨਾਂ ਆਰਟੀਕਲਸ ਕਰਕੇ ਸੈਂਟਰ ਦੇ ਵਿੱਚ ਸਿਰਫ ਫੋਰਨ ਮੈਟਰਸ ਦੀ, ਡਿਫੈਂਸ ਦੀ ਤੇ ਕਮਿਊਨੀਕੇਸ਼ਨ ਦੀ ਪਾਵਰ ਸੀ। ਸੈਂਟਰ ਦੇ ਕੋਲ ਹੋਰ ਕੋਈ ਪਾਵਰ ਨਹੀਂ ਸੀਗੀ ਕਸ਼ਮੀਰ ਨੂੰ ਕੰਟਰੋਲ ਕਰਨ ਦੀ। ਸੋ ਜਦੋਂ ਇਹ ਆਰਟੀਕਲ ਰਿਵੋਕ ਹੋਏ, ਸੈਂਟਰ ਦੇ ਕੋਲ ਆਟੋਮੈਟਿਕਲੀ ਕਸ਼ਮੀਰ ਦੇ ਟੁਵਰਡਸ
ਜੋ ਪਾਵਰ ਸੀਗੀ, ਜੋ ਪਹਿਲਾਂ ਨਹੀਂ ਸੀਗੀ, ਉਹ ਹੁਣ ਵੱਧ ਗਈ ਸੀਗੀ। ਤੇ ਇਸ ਆਰਟੀਕਲ ਦਾ ਜੋ ਸਭ ਤੋਂ ਮਹੱਤਵਪੂਰਨ ਹਿੱਸਾ ਸੀਗਾ ਉਹ ਇਹ ਸੀ ਕਿ ਆਰਟੀਕਲ 35A ਜੋ ਸੀ ਉਹ ਕਸ਼ਮੀਰੀਆਂ ਦਾ ਇਹ ਰਾਈਟ ਪ੍ਰੋਟੈਕਟ ਕਰਦਾ ਸੀਗਾ ਕਿ ਕਸ਼ਮੀਰ ਦੇ ਅੰਦਰ ਕੋਈ ਬਾਹਰਲੀ ਸਟੇਟ ਵਾਲਾ ਜਾਂ ਕੋਈ ਬਾਹਰਲੀ ਕੰਟਰੀ ਵਾਲਾ ਪ੍ਰਾਪਰਟੀ ਨਹੀਂ ਸੀ ਖਰੀਦ ਸਕਦਾ। ਕਸ਼ਮੀਰ ਦੇ ਵਿੱਚ ਪ੍ਰਾਪਰਟੀ ਖਰੀਦਣ ਦਾ ਹੱਕ ਸਿਰਫ ਕਸ਼ਮੀਰੀਆਂ ਨੂੰ ਸੀ। ਤੇ ਜਦੋਂ ਇਹ ਬਿੱਲ ਪ੍ਰਪੋਜ਼ ਹੋਇਆ, ਕਸ਼ਮੀਰੀਆਂ ਕੋਲੋਂ ਉਹ ਹੱਕ ਜੋ ਸੀ ਉਹ ਵੀ ਖੋਹ ਲਿਆ ਗਿਆ। ਤੇ ਮੋਦੀ ਸਰਕਾਰ ਆ ਜੀ, ਮੋਦੀ ਸਰਕਾਰ ਕੋਈ ਕੰਮ ਇਦਾਂ ਦਾ ਨਹੀਂ ਕਰੂਗੀ ਜਿਹਦੇ ਪਿੱਛੇ ਉਹਨਾਂ ਦੇ ਕੋਈ ਰੀਜ਼ਨ ਨਾ ਹੋਵੇ, ਕੋਈ ਕਾਰਨ ਨਾ ਹੋਵੇ। ਜਿਵੇਂ ਕਿ ਆਪਾਂ ਕਿਸਾਨੀ ਮੋਰਚੇ ਦੇ ਵਿੱਚ ਵੀ ਦੇਖਿਆ, ਉਹਨਾਂ ਨੇ ਜੋ 3 ਬਿੱਲ ਪਾਸ ਕੀਤੇ ਸੀਗੇ ਉਹਨਾਂ ਦੇ ਵੀ ਬਹੁਤ ਸਾਰੇ ਰੀਜ਼ਨ ਜੋ ਸੀ ਉਹ ਦਿੱਤੇ ਸੀ। ਸੋ ਆਬਵੀਅਸਲੀ ਉਹਨਾਂ ਨੇ ਇਹ 2 ਬਿੱਲ ਪ੍ਰਪੋਜ਼ ਕਰਨ ਦੇ ਵੀ ਬਹੁਤ ਸਾਰੇ ਰੀਜ਼ਨਸ ਦਿੱਤੇ ਸੀਗੇ। ਹੁਣ ਇਹ ਆਪਾਂ ਨਹੀਂ ਕਹਿ ਸਕਦੇ ਵੀ ਕੀ ਉਹਨਾਂ ਦੇ ਰੀਜ਼ਨਸ ਵੈਲਿਡ ਸੀ ਜਾਂ ਨਹੀਂ ਸੀ, ਬਟ ਹਾਂ ਆਪਾਂ ਉਹ ਰੀਜ਼ਨਸ ਜੋ ਨੇ ਉਹਨਾਂ ਨੂੰ ਰਿਵਿਊ ਜ਼ਰੂਰ ਕਰ ਸਕਦੇ ਹਾਂ। ਸੋ ਅਗਲੇ ਹਿੱਸੇ ਦੇ ਵਿੱਚ ਆਪਾਂ ਜੋ ਸੈਂਟਰਲ ਗਵਰਨਮੈਂਟ ਦੀ ਰੀਜ਼ਨਿੰਗ ਸੀਗੀ ਇਸ ਪ੍ਰਪੋਜ਼ਲ ਪਿੱਛੇ ਤੇ ਇਸ ਐਕਸ਼ਨ ਪਿੱਛੇ ਉਹਨੂੰ ਰਿਵਿਊ ਕਰਾਂਗੇ। ਸੋ ਗੱਲ ਕਰੀਏ ਗਵਰਨਮੈਂਟ ਦੇ ਕਲੇਮਸ ਦੀ। ਸਭ ਤੋਂ ਪਹਿਲਾਂ ਤਾਂ ਮੋਦੀ ਜੀ ਨੇ ਆਮਿਰ ਖਾਨ ਵਾਲਾ ਫੰਡਾ ਅਜਮਾਇਆ ਤੇ ਕਿਹਾ ਕਿ ਸਭ ਚੰਗਾ ਹੈ, ਸਭ ਚੰਗਾ ਹੈ, ਮਤਲਬ ਕਸ਼ਮੀਰ ਵਾਸੀਆਂ ਨੂੰ ਇਹਨਾਂ ਬਿਲਸ ਤੋਂ ਕੋਈ ਪ੍ਰੋਬਲਮ ਨਹੀਂ, ਸਭ ਕੁਝ ਨੋਰਮਲ ਹੈ। ਕਸ਼ਮੀਰ ਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਕਰ ਰਿਹਾ, ਕੋਈ ਇਹਨਾਂ ਖਿਲਾਫ ਨਹੀਂ ਬੋਲ ਰਿਹਾ। ਇਨਫੈਕਟ ਜੋ ਕਸ਼ਮੀਰ ਦੇ ਰੀਜਨਸ ਨੇ, ਐਵਰੀ ਰੀਜਨ ਫਰਮ ਕਸ਼ਮੀਰ ਹੈਜ਼ ਐਕਚੁਅਲੀ ਐਕਸੈਪਟਡ ਦ ਬਿਲਸ ਐਜ਼ ਪਰ ਸੈਂਟਰਲ ਗਵਰਨਮੈਂਟ। ਹਾਲਾਂਕਿ ਅਸੀਂ ਤੁਹਾਨੂੰ ਦੱਸ ਕੇ ਹਟੇ ਹਾਂ ਕਿ ਇਹ ਜੋ ਬਿੱਲ ਇਹਨਾਂ ਨੇ ਪਾਸ ਕੀਤੇ ਸੀਗੇ 5 ਅਗਸਤ ਤੋਂ ਤਕਰੀਬਨ 1 ਹਫ਼ਤਾ ਪਹਿਲਾਂ ਹੀ ਕਸ਼ਮੀਰ ਦੇ ਵਿੱਚ ਟੋਟਲ ਬਲੈਕ ਆਊਟ ਹੋ ਚੁੱਕਾ ਸੀ। ਨਾ ਉੱਥੇ ਇੰਟਰਨੈਟ ਸੀ, ਨਾ ਉੱਥੇ ਸੈਟੇਲਾਈਟ ਟੀਵੀ ਸੀ, ਨਾ ਉੱਥੇ ਅਖਬਾਰਾਂ ਪ੍ਰਿੰਟ ਹੋ ਰਹੀਆਂ ਸੀਗੀਆਂ, ਨਾ ਉੱਥੇ ਕੋਈ ਟਰਾਂਸਪੋਰਟੇਸ਼ਨ ਸੀ, ਨਾ ਕੋਈ ਫੋਨ ਦੇ ਉੱਤੇ ਗੱਲ ਕਰ ਰਿਹਾ ਸੀਗਾ। ਕਸ਼ਮੀਰ ਤੋਂ ਇੱਕ ਵੀ ਆਵਾਜ਼ ਕਸ਼ਮੀਰ ਦੇ ਬਾਹਰ ਤੱਕ ਨਹੀਂ ਪਹੁੰਚੀ। ਪਰ ਮੋਦੀ ਜੀ ਇਹ ਕਲੇਮ ਕਰ ਰਹੇ ਸੀ ਕਿ ਕਸ਼ਮੀਰ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਤੇ ਕਸ਼ਮੀਰ ਤੋਂ ਬਾਹਰ ਬੈਠੇ ਲੋਕਾਂ ਨੂੰ ਉਹ ਇਹ ਕਹਿ ਰਹੇ ਸੀਗੇ ਵੀ ਹਾਂ ਇਸ ਵੇਲੇ ਉੱਥੇ ਬਲੈਕ ਆਊਟ ਆ, ਉੱਥੋਂ ਤੁਹਾਨੂੰ ਕੋਈ ਆਵਾਜ਼ ਨਹੀਂ ਆ ਰਹੀ। ਪਰ ਮੇਰੀ ਗੱਲ ਮੰਨੋ, ਜਸਟ ਬਿਕਾਜ਼ ਮੈਂ ਕਹਿ ਰਿਹਾ ਆ ਕਿ ਸਭ ਕੁਝ ਠੀਕ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਸੱਚੀ ਕੋਈ ਪ੍ਰੋਬਲਮ ਨਹੀਂ। ਤੇ ਦੂਜੇ ਨੰਬਰ ਤੇ ਸੈਂਟਰਲ ਗਵਰਨਮੈਂਟ ਦਾ ਇਹ ਕਲੇਮ ਸੀ ਕਿ ਜੇ ਆਪਾਂ ਕਸ਼ਮੀਰ ਦਾ ਸਪੈਸ਼ਲ ਸਟੇਟਸ ਖੋਹ ਲੈਂਦੇ ਆ ਤੇ ਉਹਨਾਂ ਨੂੰ ਸੈਂਟਰਲ ਲਾਅ ਦੇ ਥੱਲੇ ਲਿਆਉਂਦੇ ਆ ਤੇ ਕਸ਼ਮੀਰੀਆਂ ਨੂੰ ਜੋ ਡਿਵੈਲਪਮੈਂਟ, ਜੋ ਐਬਸੋਲੂਟ ਰਾਈਟਸ ਨੇ ਜੋ ਕਿ ਬਾਕੀ ਸਟੇਟਸ ਦੇ ਲੋਕ ਇੰਜੋਏ ਕਰ ਰਹੇ ਨੇ, ਉਹ ਇੰਜੋਏ ਕਰਨ ਦਾ ਮੌਕਾ ਮਿਲੂਗਾ। ਸੋ ਬੇਸਿਕਲੀ ਜੋ ਇੰਡੀਅਨ ਕਨਸਟੀਟਿਊਸ਼ਨ ਨੇ ਉਹਨਾਂ ਨੂੰ ਸਭ ਤੋਂ ਵੱਡਾ ਹੱਕ ਦਿੱਤਾ ਗਿਆ ਸੀ ਉਹ ਆਪਾਂ ਖੋਹ ਲੈਣਾ ਤਾਂ ਕਿ ਉਹ ਡਿਵੈਲਪਮੈਂਟ ਇੰਜੋਏ ਕਰ ਸਕਣ। ਤੇ ਤੀਜਾ ਜੋ ਨया कश्मीर डायलॉग उन्होंने अब्दुल्ला शेख तो चोरी किया सी कि नए कश्मीर में नई राजनीति का आभास होगा। ਉਹੀ शेख अब्दुल्ला जिन्हां दा खुद दा पुत्त ते खुद दा पोता इस 5 अगस्त के चक्कर दे विच जेल विच गया सी। ते चौथा ते सब तो अहम पॉइंट जो कि सेंट्रल गवर्नमेंट ने सामने रखिया सी ਉਹ ਇਹ ਸੀ ਕਿ ਜੇ ਸੈਂਟਰਲ ਗਵਰਨਮੈਂਟ ਕੋਲੇ ਕਸ਼ਮੀਰ ਉੱਤੇ ਵੱਧ ਪਾਵਰ ਆਉਂਦੀ ਆ ਤੇ ਸੈਂਟਰਲ ਗਵਰਨਮੈਂਟ ਲਈ ਆਸਾਨ ਹੋ ਜਾਊਗਾ ਉੱਥੇ ਜੋ ਅੱਤਵਾਦ ਫੈਲ ਰਿਹਾ ਆ, ਜੋ ਉੱਥੇ ਵਾਇਲੈਂਸ ਫੈਲ ਰਹੀ ਆ, ਜੋ ਉੱਥੇ ਮਾਹੌਲ ਖਰਾਬ ਹੋਇਆ ਆ, ਉਹਨੂੰ ਅੰਡਰ ਕੰਟਰੋਲ ਕਰਨ ਦਾ। ਸੋ ਜੇ ਸੈਂਟਰਲ ਗਵਰਨਮੈਂਟ, ਈਵਨ ਦੋ ਸੈਂਟਰਲ ਗਵਰਨਮੈਂਟ ਕੋ डिफेंस की पावर ऑलरेडी एग्जिस्ट करती सी, जिवें कि मैं तुहानूं पहलां भी दस्सिया कि सेंट्रल गवर्नमेंट कोल सिर्फ फॉरेन अफेयर्स की, कम्यूनीकेशन की एंड डिफेंस की पावर सी, बाकी सब कुछ स्टेट दे कोल सी। ईवन दैन उन्हां दा इह क्लेम सीगा भी सिर्फ 370 लैण नाल उत्थे जो डिफेंस ऑलरेडी एग्जिस्ट करदी आ ਉਹ ਹੋਰ ਬੈਟਰ ਹੋ ਜੂਗੀ। ਸੋ ਕਿੰਨਾ ਕਿ ਇਹ ਜੋ ਉਹਨਾਂ ਦੇ ਕਲੇਮ ਸੀਗੇ ਉਹ ਸੱਚ ਨਿਕਲੇ, ਕਿੰਨਾ ਕਿ ਇਹਨਾਂ ਦਾ ਇਹ ਜੋ ਪਲਾਨ ਇਹਨਾਂ ਨੇ ਸੋਚਿਆ ਸੀ ਉਹ ਕੰਮ ਕੀਤਾ, ਕੀ ਇਹਦੇ ਫਾਇਦੇ ਹੋਏ, ਕੀ ਇਹਦਾ ਨੁਕਸਾਨ ਹੋਇਆ,
ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਤੁਸੀਂ ਇੱਥੇ ਜੁੜੇ ਰਹੋ ਬਾਸ ਟੀਵੀ ਦੇ ਨਾਲ। ਸੋ ਹੁਣ ਗੱਲ ਕਰਦੇ ਹਾਂ ਜੋ ਇਹਨਾਂ ਦਾ 5 ਅਗਸਤ 2019 ਨੂੰ ਫੈਸਲਾ ਲਿਆ ਗਿਆ ਸੀ, ਉਹਦੇ ਕੀ ਫਾਇਦੇ ਹੋਏ, ਕੀ ਨੁਕਸਾਨ ਹੋਇਆ ਅੱਜ ਤੱਕ। ਅੱਜ 3 ਸਾਲ ਹੋ ਚੁੱਕੇ ਨੇ ਇਸ ਫੈਸਲੇ ਨੂੰ। ਸੋ 3 ਸਾਲਾਂ ਦੇ ਵਿੱਚ ਕੀ ਚੇਂਜਸ ਆਏ ਕਸ਼ਮੀਰ ਦੇ ਵਿੱਚ, ਜਿਹਦੇ ਕਾਰਨ ਆਪਾਂ ਕਹਿ ਸਕਦੇ ਹਾਂ ਵੀ ਹਾਂ ਮੋਦੀ ਸਾਹਿਬ ਨੇ ਜੋ ਸੀ ਇਹ ਡਿਸੀਜਨ ਸਹੀ ਲਿਆ ਸੀ ਜਾਂ ਫਿਰ ਗਲਤ ਲਿਆ ਸੀਗਾ। ਸ਼ੁਰੂਆਤ ਕਰਦੇ ਹਾਂ ਨੁਕਸਾਨਾਂ ਤੋਂ। ਅੱਜ 3 ਸਾਲ ਹੋ ਚੁੱਕੇ ਨੇ ਤੇ 3 ਸਾਲਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਸਭ ਤੋਂ ਵੱਡਾ ਚੇਂਜ ਤਾਂ ਇਹ ਆਇਆ ਕਿ ਕਸ਼ਮੀਰ ਦੀ ਜੋ ਡੈਮੋਕ੍ਰੇਸੀ ਸੀ ਉਹ ਟੋਟਲੀ ਫਿਨਿਸ਼ ਹੋ ਗਈ ਹੈ, ਟੋਟਲੀ ਡਨ ਹੈ। ਉਹ ਇਸ ਕਰਕੇ ਕਿਉਂਕਿ ਅੱਜ ਜੇ ਗੱਲ ਕਰੀਏ ਇਸ ਵੇਲੇ ਕਸ਼ਮੀਰ ਇਕਲੌਤੀ ਐਸੀ ਸਟੇਟ ਹੈ ਜਿਹਦੇ ਵਿੱਚ ਖੁਦ ਦੀ ਇਲੈਕਟਿਡ ਗਵਰਨਮੈਂਟ ਨਹੀਂ ਗੀ। ਸੈਂਟਰ ਸ਼ਰੇਆਮ ਡਾਇਰੈਕਟਲੀ ਕਸ਼ਮੀਰ ਨੂੰ ਕੰਟਰੋਲ ਕਰ ਰਿਹਾ ਹੈ ਤੇ ਇਦਾਂ ਦਾ ਇੰਡੀਆ ਦੇ ਵਿੱਚ ਹੋਰ ਕਿਸੇ ਸਟੇਟ ਦੇ ਵਿੱਚ ਨਹੀਂ ਹੋ ਰਿਹਾ, ਨਾ ਹੋਇਆ। ਤੇ ਦੂਜੇ ਨੰਬਰ ਤੇ ਇੱਕ ਇਹਨਾਂ ਬਿਲਸ ਦੇ ਨਾਲ ਇੱਕ ਐਕਟ ਜੋ ਸੀ ਉਹ ਰਿਲੀਜ਼ ਕੀਤਾ ਗਿਆ ਸੀਗਾ, ਉਹਨੂੰ ਕਹਿੰਦੇ ਨੇ ਪਬਲਿਕ ਸੇਫਟੀ ਐਕਟ। ਤੇ ਇਹ ਜੋ ਐਕਟ ਹੈ ਸਿਰਫ ਕਸ਼ਮੀਰ ਦੇ ਉੱਤੇ ਲਾਗੂ ਹੁੰਦਾ ਹੈ, ਕਸ਼ਮੀਰ ਸਪੈਸਿਫਿਕ ਐਕਟ ਆ। ਲਿਟਰਲੀ ਲੀਗਲ ਲੈਂਗੁਏਜ ਦੇ ਵਿੱਚ ਵੀ ਕਸ਼ਮੀਰ ਸਪੈਸਿਫਿਕ ਐਕਟ। ਐਂਡ ਇਸ ਐਕਟ ਦੇ ਮੁਤਾਬਕ ਕੋਈ ਵੀ ਕਿਸੇ ਵੇਲੇ ਵਿਦਆਊਟ ਅ ਵਾਰੰਟ ਅਰੈਸਟ ਕੀਤਾ ਜਾ ਸਕਦਾ ਹੈ। ਤੇ ਜਦੋਂ 370 ਨੂੰ ਰਿਵੋਕ ਕੀਤਾ ਗਿਆ ਸੀਗਾ ਉਦੋਂ ਮੋਦੀ ਸਾਹਿਬ ਨੇ ਇਹ ਕਿਹਾ ਸੀਗਾ ਵੀ ਇੱਕ ਰੀਜ਼ਨ ਇਹ ਬਿੱਲ ਨੂੰ ਪਾਸ ਕਰਨ ਦਾ ਇਹ ਆ ਕਿ ਜੋ ਫਰੀडम, ਜੋ ਡਿਵੈਲਪਮੈਂਟ ਦੇਸ਼ ਦੀਆਂ ਬਾਕੀ ਸਟੇਟਸ ਇੰਜੋਏ ਕਰ ਰਹੀਆਂ ਨੇ ਉਹ ਕਸ਼ਮੀਰ ਨੂੰ ਵੀ ਕਰਨੀ ਚਾਹੀਦੀ। ਸੋ ਜੀ ਆਪਣਾ ਆਈਡੀਆ ਸੀਗਾ ਵੀ ਇੱਕ ਭਾਰਤ, ਯੂਨਾਈਟਿਡ ਭਾਰਤ ਦਾ ਜੋ ਸਲੋਗਨ ਉਹ ਉਸ ਵੇਲੇ ਦਿਖਾ ਰਿਹਾ ਸੀ ਦੁਨੀਆ ਨੂੰ। ਤੇ ਫਿਰ ਇਸ ਐਕਟ ਦੇ ਨਾਲ ਹੀ ਤੁਸੀਂ ਇੱਕ ਕਸ਼ਮੀਰ ਸਪੈਸਿਫਿਕ ਐਕਟ ਕਿਉਂ ਰਿਲੀਜ਼ ਕੀਤਾ। ਅੱਗੇ ਵਧਦੇ ਹਾਂ। ਨੈਕਸਟ ਹੈਗਾ ਵੀ ਜੋ ਉਹਨਾਂ ਨੇ 35A ਨੂੰ ਰਿਵੋਕ ਕੀਤਾ ਸੀਗਾ, ਜਿਹਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਨੇ ਕਸ਼ਮੀਰ ਨੂੰ ਸਪੈਸ਼ਲ ਸਟੇਟਸ ਦੇ ਦੌਰਾਨ ਇਹ ਪਾਵਰ ਦਿੱਤੀ ਸੀ ਕਸ਼ਮੀਰ ਦੇ ਅੰਦਰ ਸਿਰਫ ਕਸ਼ਮੀਰੀ ਹੀ ਲੈਂਡ ਜੋ ਹੈ ਉਹਨੂੰ ਖਰੀਦ ਸਕਦੇ, ਬਾਹਰਲਾ ਕੋਈ ਨਹੀਂ ਖਰੀਦ ਸਕਦਾ। ਤੇ ਉਦੋਂ ਸਰਕਾਰ ਨੇ ਇਹ ਕਿਹਾ ਸੀਗਾ ਕਿ ਇਕਨੋਮਿਕਲੀ ਇਹ ਬੈਨੀਫੀਸ਼ੀਅਲ ਹੋਊਗਾ ਬੋਥ ਕਸ਼ਮੀਰ ਦੀ ਸਟੇਟ ਲਈ ਤੇ ਭਾਰਤ ਲਈ ਕਿ ਆਪਾਂ ਇਹ 35A ਨੂੰ ਟੋਟਲੀ ਰਿਵੋਕ ਕਰ ਦਈਏ ਤਾਂ ਕਿ ਜੋ ਇਕਨੋਮੀ ਆ ਉਹ ਬੈਟਰ ਹੋਵੇ ਤੇ ਕੀ ਪਤਾ ਕਸ਼ਮੀਰ ਜੋ ਹੈ ਅੱਗੇ ਡਿਵੈਲਪ ਹੋਵੇ। ਪਰ ਤੁਹਾਨੂੰ ਦੱਸ ਦਈਏ ਪਿਛਲੇ 3 ਸਾਲਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਸਿਰਫ ਦੋ ਲੋਕਾਂ ਨੇ ਕੋਈ ਲੈਂਡ ਖਰੀਦਿਆ। ਸੋ ਕੋਈ ਖਾਸ ਫਰਕ ਨਹੀਂ ਪਿਆ ਈਵਨ 35A ਨੂੰ ਰਿਮੂਵ ਕਰਨ ਲਈ, ਕਿਉਂਕਿ ਉਹ 2 ਇਨਸਾਨ ਵੀ ਕਸ਼ਮੀਰੀ ਹੀ ਸਨ। ਜੇ ਗੱਲ ਕਰੀਏ ਕਸ਼ਮੀਰੀ ਪੰਡਤਾਂ ਦੀ, ਕਿਉਂਕਿ ਇਹ ਜੋ ਪ੍ਰੋਬਲਮ ਹੈ ਕਾਫੀ ਸਾਲਾਂ ਤੋਂ ਆ ਰਹੀ ਹੈ ਕਿ ਗਵਰਨਮੈਂਟ ਚਾਹੁੰਦੀ ਹੈ ਕਿ ਕਸ਼ਮੀਰੀ ਪੰਡਤ ਜੋ ਨੇ ਉਹ ਵਾਪਸ ਆਪਣੇ ਘਰਾਂ ਵੱਲ ਜਾਣ, ਆਪਣੀ ਜੋ ਪਿੱਛੇ ਉਹ ਪੈਰ ਛੱਡ ਕੇ ਆਏ ਨੇ ਉਹਨੂੰ ਦੁਬਾਰਤੀ ਉਹਦਾ ਕੰਟਰੋਲ ਲੈਣ। ਪਰ ਇਹ ਰੈਵੋਕੇਸ਼ਨ ਤੋਂ ਬਾਅਦ ਵੀ ਕੋਈ ਖਾਸ ਫਰਕ ਨਹੀਂ ਪਿਆ, ਕੋਈ ਕਸ਼ਮੀਰੀ ਪੰਡਤ ਕਸ਼ਮੀਰ ਨੂੰ ਵਾਪਸ ਨਹੀਂ ਗਿਆ। ਤੇ ਉਸ ਦੇ ਨਾਲ ਜੋ ਇਹ ਬਿਲਸ ਪਾਸ ਕੀਤੇ ਗਏ ਸੀ, ਜਦੋਂ ਇਹ ਬਿਲਸ ਪਾਸ ਕੀਤੇ ਗਏ ਸੀਗੇ ਉਦੋਂ ਕਸ਼ਮੀਰ ਦਾ ਸਟੇਟਸ ਜੋ ਕਿ ਸਪੈਸ਼ਲ ਸਟੇਟਸ ਸੀ ਉਹ ਤਾਂ ਨਾ ਖੋਇਆ ਸੀਗਾ, ਬਟ ਐਜ਼ ਅ ਸਟੇਟ ਜੋ ਸੀ ਕਸ਼ਮੀਰ ਦੀ ਰੈਕਗਨੀਸ਼ਨ ਐਜ਼ ਅ ਸਟੇਟ ਵੀ ਖੋ ਲਈ ਗਈ ਸੀ। ਕਸ਼ਮੀਰ ਤੇ ਜੰਮੂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਇੱਕ ਅਲੱਗ ਯੂਨੀਅਨ ਟੈਰੀਟੋਰੀ ਬਣਾਇਆ ਗਿਆ ਸੀਗਾ। ਇਸ ਦੇ ਨਾਲ ਜੋ ਲਦਾਖ ਏਰੀਆ, ਲਦਾਖ ਰੀਜਨ ਦਾ ਸਟੇਟਸ ਵੀ ਜੋ ਸੀ ਉਹ ਚੇਂਜ ਕਰ ਦਿੱਤਾ ਗਿਆ ਹੈ। ਤੇ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਸਭ ਕੁਝ ਹੋਣ ਤੋਂ ਬਾਅਦ ਚਾਈਨਾ ਦੀ ਜੋ ਹਿੰਮਤ ਹੈ ਉਹ ਕਾਫੀ ਹੱਦ ਤੱਕ ਵੱਧ ਚੁੱਕੀ ਆ। 2019 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਉੱਥੇ ਆਪਣੇ ਸਿਪਾਹੀ ਨੇ ਉਹਨਾਂ ਦੀਆਂ ਪੋਸਟਾਂ ਦੇ ਜੋ ਨੰਬਰ ਨੇ ਉਹ ਵੀ ਵੱਧ ਚੁੱਕੇ ਨੇ, ਉਹਨਾਂ ਦੇ ਨੰਬਰਸ ਔਨ ਦ ਬਾਰਡਰ ਵੀ ਵੱਧ ਚੁੱਕੇ ਨੇ, ਕਿਉਂਕਿ ਇੰਡੀਆ ਤੇ ਚਾਈਨਾ ਦੀ ਜੋ ਟੈਂਸ਼ਨ ਹੈ ਉਹ ਕਾਫੀ ਦੇਰ ਤੋਂ ਵੱਧ ਰਹੀ ਹੀ ਸੀ। ਪਰ ਹੁਣ ਜਦੋਂ ਲਦਾਖ ਇੱਕ ਇੰਡੀਵਿਜੂਅਲ ਟੈਰੀਟੋਰੀ ਐਲਾਨ ਕਰ ਦਿੱਤਾ ਗਿਆ ਤੇ ਚਾਈਨਾ ਦੀ ਹਿੰਮਤ ਜੋ ਸੀ ਤੇ ਚਾਈਨਾ ਦਾ ਜੋ ਬੋਲਡ ਅਪ ਗੁੱਸਾ ਸੀਗਾ ਭਾਰਤ ਦੇ ਪ੍ਰਤੀ
ਉਹ ਹੋਰ ਵੱਧ ਗਿਆ। ਤੇ ਇਸ ਦੇ ਨਾਲ ਨਾਲ ਸਰਕਾਰ ਦਾ ਇਹ ਵੀ ਕਲੇਮ ਸੀਗਾ ਕਿ ਜੇ ਸੈਂਟਰਲ ਗਵਰਨਮੈਂਟ ਦੀ ਪਾਵਰ ਕਸ਼ਮੀਰ ਦੇ ਵਿੱਚ ਆਉਂਦੀ ਆ ਤੇ ਉਸ ਦੇ ਨਾਲ ਜੋ ਅੱਤਵਾਦ ਹੈ ਉਹ ਕਾਫੀ ਹੱਦ ਤੱਕ ਕੰਟਰੋਲ ਹੋ ਸਕਦਾ ਹੈ। ਅੱਤਵਾਦ ਜੋ ਹੈ ਉਹ ਨਸ਼ਟ ਹੋ ਸਕਦਾ ਹੈ। ਡਿਫੈਂਸ ਕੋਲੇ ਹੋਰ ਪਾਵਰ ਆ ਜਾਣੀ ਆ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ। ਪਰ ਅੱਤਵਾਦ ਕਸ਼ਮੀਰ ਦੇ ਵਿੱਚ ਹੁਣ ਤੱਕ ਵੱਧ ਹੀ ਰਿਹਾ। ਹਾਲੇ ਤੱਕ ਅੱਤਵਾਦ ਦੇ ਵਿੱਚ ਕੋਈ ਫਰਕ ਨਹੀਂ ਆਇਆ। ਜੇ ਕੰਪੈਰੀਜ਼ਨ ਕਰੀਏ ਤੇ ਜਦੋਂ ਸਰਦਾਰ ਮਨਮੋਹਨ ਸਿੰਘ ਇੰਡੀਆ ਦੇ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਕਸ਼ਮੀਰ ਦੇ ਵਿੱਚ ਜੇ ਅੱਤਵਾਦ ਰਿਲੇਟਡ ਮੌਤਾਂ ਹੋਈਆਂ ਸੀਗੀਆਂ ਕੁੱਲ 150 ਮੌਤਾਂ ਸੀਗੀਆਂ, ਪਰ ਹੁਣ ਦੀ ਸਰਕਾਰ ਵੇਲੇ 300 ਤੋਂ ਵੱਧ ਮੌਤਾਂ ਜੋ ਨੇ ਉਹ ਅੱਤਵਾਦ ਕਾਰਨ ਕਸ਼ਮੀਰ ਦੇ ਵਿੱਚ ਹੋ ਚੁੱਕੀਆਂ ਨੇ। ਸੋ ਕੋਈ ਪੋਜ਼ਿਟਿਵ ਇਫੈਕਟ ਨਹੀਂ ਪਿਆ, ਨੈਗੇਟਿਵ ਇਫੈਕਟ ਆਬਵੀਅਸਲੀ ਦੇਖਣ ਨੂੰ ਮਿਲ ਰਿਹਾ ਹੈ ਨੰਬਰਸ ਨੂੰ ਲੈ ਕੇ, ਬਟ ਪੋਜ਼ਿਟਿਵ ਇਫੈਕਟ ਹਾਲੇ ਤੱਕ ਕੋਈ ਨਹੀਂ ਦਿਖਿਆ ਇਸ ਚੀਜ਼ ਦਾ। ਤੇ ਲਾਸਟਲੀ ਵਿਕਾਸ ਦੀ, ਡਿਵੈਲਪਮੈਂਟ ਦੀ ਜਦੋਂ ਗੱਲ ਆਉਂਦੀ ਆ, ਮੋਦੀ ਸਾਹਿਬ ਨੇ ਅਗੇਨ ਉਹ ਸੇਮ ਪੁਆਇੰਟ ਡਿਵੈਲਪਮੈਂਟ ਤੇ ਰਾਈਟਸ ਜੋ ਬਾਕੀ ਇੰਜੋਏ ਕਰ ਰਹੇ ਨੇ ਉਹ ਕਸ਼ਮੀਰੀ ਵੀ ਕਰਨ। ਫਿਲਹਾਲ ਤੱਕ ਕਸ਼ਮੀਰ ਦੇ ਵਿੱਚ ਕੋਈ ਵਿਕਾਸ ਨਹੀਂ ਦਿਖ ਰਿਹਾ। ਤੇ ਆਪਾਂ ਹਾਂ ਕਹਿ ਸਕਦੇ ਹਾਂ ਚਲੋ ਕੋਵਿਡ ਆ ਗਿਆ ਸੀ, ਪੈਂਡੈਮਿਕ ਆ ਗਈ ਸੀਗੀ, ਇਸ ਕਰਕੇ ਟੂਰਿਜ਼ਮ ਘਟ ਗਿਆ ਸੀਗਾ, ਮੇਬੀ ਤਾਂ ਹੋ ਸਕਦਾ ਆ। ਬਟ ਮੈਂ ਅਰੁਣ ਜੇਤਲੀ ਦੀ ਇੱਕ ਸਟੇਟਮੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਅਰੁਣ ਜੇਤਲੀ ਨੇ ਜਦੋਂ 2019 ਦੇ ਵਿੱਚ ਇਹ ਫੈਸਲਾ ਲਿਆ ਸੀਗਾ, ਅਰੁਣ ਜੇਤਲੀ ਨੇ ਟਵੀਟ ਕੀਤਾ ਸੀਗਾ ਕਿ the decision of the government will help the people of Jammu and Kashmir the most. More investment, more industry, more private educational institutions, more jobs and more revenue. 3 ਸਾਲਾਂ ਦੇ ਵਿੱਚ ਇਹਨਾਂ ਵਿੱਚੋਂ ਇੱਕ ਵੀ ਚੀਜ਼ ਕਸ਼ਮੀਰ ਦੇ ਵਿੱਚ ਨਹੀਂ ਦਿਖੀ। ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰ ਹੀ ਰਹੇ ਹਾਂ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਕਸ਼ਮੀਰ ਦੇ ਵਿੱਚ ਇਸ ਵੇਲੇ ਡਾਕਟਰ ਟੂ ਪੇਸ਼ੈਂਟ ਰੇਸ਼ੀਓ ਕੀ ਆ। ਡਾਕਟਰ ਟੂ ਪੇਸ਼ੈਂਟ ਰੇਸ਼ੀਓ ਇਹ ਆ ਕਿ ਇੱਕ ਡਾਕਟਰ ਦੇ ਹਿੱਸੇ ਇਸ ਵੇਲੇ ਔਨ ਐਵਰੇਜ 3060 ਪੇਸ਼ੈਂਟਸ ਆ ਰਹੇ ਆ। being known as the most violent state, underdeveloped, disturbed, there's only one doctor for 3060 patients. ਤੇ ਜੇ ਗੱਲ ਕਰੀਏ ਮਿਲੀਟੈਂਟਸ ਦੀ, ਟਰੂਪ ਟੂ ਸਿਵਿਲੀਅਨ ਰੇਸ਼ੀਓ ਜੋ ਹੈ ਇਸ ਵੇਲੇ ਉਹ 1 ਤੋਂ 7 ਆ। ਸੋ 1 ਟਰੂਪ ਫॉर 7 ਪੀਪਲ। ਡਾਕਟਰ ਦੇ ਰੇਸ਼ੀਓ ਤੇ ਟਰੂਪ ਦੇ ਰੇਸ਼ੀਓ ਦੇ ਵਿੱਚ ਫਰਕ ਦੇਖੋ ਤੇ ਤੁਹਾਨੂੰ ਖੁਦ ਹੀ ਪਤਾ ਲੱਗ ਜੂਗਾ ਕਿ ਇਹਨਾਂ 3 ਸਾਲਾਂ ਦੇ ਵਿੱਚ ਕਿੰਨੀ ਕੁ ਡਿਵੈਲਪਮੈਂਟ ਜੋ ਹੈ ਉਹ ਕਸ਼ਮੀਰ ਦੇ ਵਿੱਚ ਹੋਈ ਹੈ। ਤੇ ਹੁਣ ਗੱਲ ਕਰਦੇ ਹਾਂ ਫਾਇਦਿਆਂ ਦੀ। ਫਾਇਦਿਆਂ ਲਈ ਮੈਨੂੰ ਇਹਦੀ ਜ਼ਰੂਰਤ ਜੋ ਹੈ ਉਹ ਨਹੀਂ ਪਊਗੀ, ਕਿਉਂਕਿ ਜੋ ਫਾਇਦਿਆਂ ਦੀ ਲਿਸਟ ਆ ਉਹ ਸ਼ਾਇਦ ਨੁਕਸਾਨਾਂ ਨਾਲੋਂ ਕਾਫੀ ਲੰਬੀ ਹੈ। ਕਿਉਂਕਿ ਇੱਕ ਫਾਇਦਾ ਜੋ ਆਪਾਂ ਮੰਨਦੇ ਹਾਂ ਕਿ ਇਸ ਚੀਜ਼ ਦਾ ਹੋਇਆ ਹੈ ਉਹ ਇਹ ਹੋਇਆ ਆ ਕਿ 2019 ਤੋਂ ਬਾਅਦ ਕਸ਼ਮੀਰ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਆ ਕਿ ਜੋ ਮਾਈਨੋਰਿਟੀ ਸੀਗੀਆਂ ਉਹ ਉੱਭਰ ਕੇ ਮੁਰੇ ਆ ਰਹੀਆਂ ਨੇ। ਪੋਲਿਟਿਕਸ ਦੇ ਵਿੱਚ ਕਹਿ ਦਈਏ ਜਾਂ ਫਿਰ ਐਜੂਕੇਸ਼ਨਲ ਫੀਲਡਸ ਦੇ ਵਿੱਚ ਕਹਿ ਦਈਏ। ਕਸ਼ਮੀਰ ਦੇ ਵਿੱਚ ਹਿਸਟੋਰਿਕਲੀ ਇਹ ਦੇਖਿਆ ਗਿਆ ਸੀਗਾ ਕਿ ਜੋ ਰਿਚ ਫੈਮਲੀਜ਼ ਆ ਜਾਂ ਫਿਰ ਜੋ ਅਪਰ ਕਾਸਟ ਫੈਮਲੀਜ਼ ਆ, ਚਾਹੇ ਉਹ ਮੁਸਲਿਮ ਫੈਮਲੀਜ਼ ਦੇ ਵਿੱਚ ਹੋਵੇ ਜਾਂ ਫਿਰ ਉਹ ਕਸ਼ਮੀਰੀ ਪੰਡਤਾਂ ਦੀ ਫੈਮਲੀਜ਼ 'ਚ ਹੋਵੇ, ਹਿੰਦੂਸ ਦੀ ਫੈਮਲੀਜ਼ ਵਿੱਚ ਹੋਵੇ, ਮੋਸਟਲੀ ਪੋਲੀਟੀਕਲ ਓਪਰਚੁਨਿਟੀਜ਼, ਐਜੂਕੇਸ਼ਨਲ ਓਪਰਚੁਨਿਟੀਜ਼ ਜਾਂ ਫਿਰ ਜੌਬ ਰਿਲੇਟਡ ਓਪਰਚੁਨਿਟੀਜ਼ ਜੋ ਸੀਗੀਆਂ ਉਹ ਮੋਸਟਲੀ ਅਪਰ ਕਾਸਟ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ। ਤੇ ਜੋ ਮਿਡਲ ਤੇ ਲੋਅਰ ਕਾਸਟ ਦੇ ਲੋਕ ਸੀਗੇ ਜਾਂ ਫਿਰ ਨਾਟ ਇਵਨ ਕਾਸਟ, ਈਵਨ ਅਪਰ ਕਲਾਸ ਦੇ ਲੋਕਾਂ ਨੂੰ ਵੱਧ ਦਿੱਤੀਆਂ ਜਾਂਦੀਆਂ। ਸੋ ਕਾਸਟ ਤੇ ਕਲਾਸ ਦੋਵੇਂ ਜੇ ਦੇਖਿਆ ਜਾਵੇ ਤਾਂ ਬਹੁਤ ਫਰਕ ਸੀਗਾ। ਮਿਡਲ ਤੇ ਲੋਅਰ ਕਲਾਸ ਦੀ ਆਵਾਜ਼ ਜੋ ਸੀ ਕਸ਼ਮੀਰ ਦੇ ਵਿੱਚ ਬਹੁਤ ਘੱਟ ਸੀਗੀ, ਬਟ ਸੈਂਟਰਲ ਪਾਵਰ ਆਉਣ ਦੇ ਨਾਲ ਜੋ ਪੋਲੀਟੀਕਲ ਵਰਲਡ ਆ ਕਸ਼ਮੀਰ ਦਾ ਉਹ ਬਹੁਤ ਚੇਂਜ ਹੋਇਆ ਹੈ। ਉਹਦੇ ਵਿੱਚ ਲੋਅਰ ਕਾਸਟ ਜੋ ਹੈ ਉਹ ਵੱਧ ਇਨਵੋਲਵ ਹੋ ਰਹੀ ਆ ਹੁਣ। ਈਵਨ ਮਿਡਲ ਕਲਾਸ ਤੇ ਮਿਡਲ ਕਾਸਟ ਦੇ ਲੋਕ ਜੋ ਨੇ ਉਹ ਵੱਧ ਵੋਕਲ ਹੋ ਰਹੇ ਆਪਣੇ ਪੋਲੀਟੀਕਲ ਓਪੀਨੀਅਨਸ ਨੂੰ ਲੈ ਕੇ ਜਾਂ ਫਿਰ ਆਪਣੇ ਹੱਕਾਂ ਨੂੰ ਲੈ ਕੇ, ਆਪਣੇ ਰਾਈਟਸ ਨੂੰ ਲੈ ਕੇ। ਬਟ ਇਸ ਤੋਂ ਇਲਾਵਾ ਫਿਲਹਾਲ ਤੱਕ ਕੋਈ ਐਕਸਪਰਟ ਓਪੀਨੀਅਨ, ਕੋਈ ਐਕਸਪਰਟ ਰਿਪੋਰਟ ਇੱਦਾਂ ਦੀ ਨਹੀਂ ਆਈ ਜਿਹੜੀ ਦੱਸ ਰਹੀ ਹੋਵੇ ਵੀ ਇਸ ਚੀਜ਼ ਦਾ ਕੋਈ ਹੋਰ ਵੱਧ ਫਾਇਦਾ ਜੋ ਇਸ ਫੈਸਲੇ ਦਾ ਉਹ ਕਸ਼ਮੀਰ ਦੇ ਵਿੱਚ ਹੋਇਆ ਹੋਵੇ। ਤੇ
ਇੱਕ ਗੱਲ ਮੈਂ ਜ਼ਰੂਰ ਜੋ ਹੈ ਉਹਦਾ ਜ਼ਿਕਰ ਕਰਨਾ ਚਾਹੂੰਗੀ ਕਿ ਜੋ ਇਹ 2019 ਦੇ ਵਿੱਚ ਇੱਕ ਫੈਸਲਾ ਲਿਆ ਗਿਆ, ਇਸ ਤੋਂ ਮੈਨੂੰ ਹਿਸਟੋਰੀਕਲੀ ਇੱਕ ਐਗਜ਼ਾਮਪਲ ਚੇਤੇ ਆਉਂਦੀ ਹੈ, ਕਿਉਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਸੈਂਟਰਲ ਨੇ ਕਸ਼ਮੀਰ ਦੇ ਉੱਤੇ ਪਾਵਰ ਲੈਣ ਦੀ ਕੋਸ਼ਿਸ਼ ਕੀਤੀ। ਹਿਸਟੋਰੀਕਲੀ ਇੱਕ ਵਾਰ ਪਹਿਲਾਂ ਵੀ ਇਦਾਂ ਹੋਇਆ ਸੀਗਾ ਵੀ ਸੈਂਟਰ ਨੇ ਕਸ਼ਮੀਰ ਦੇ ਉੱਤੇ ਪਾਵਰ ਲਈ, ਪਰ ਉਹ ਕੰਮ ਨਹੀਂ ਕੀਤੀ। ਉਹਦੇ ਨਾਲ ਜੋ ਹਾਲਾਤ ਸੀਗੇ ਉਹ ਵੱਧ ਵਿਗੜੇ ਤੇ ਇਸ ਕਰਕੇ ਕਸ਼ਮੀਰ ਨੂੰ ਉਹਦਾ ਸਪੈਸ਼ਲ ਸਟੇਟਸ ਜੋ ਸੀ ਉਹ ਵਾਪਸ ਦਿੱਤਾ ਗਿਆ। ਤੇ ਜੋ ਐਗਜ਼ਾਮਪਲ ਮੈਂ ਦੇਣਾ ਚਾਹ ਰਹੀ ਹਾਂ ਉਹ ਆ ਨਪੋਲੀਅਨ ਤੇ ਹਿਟਲਰ ਦੀ। ਹਿਟਲਰ ਜੋ ਸੀ ਉਹ ਨਪੋਲੀਅਨ ਨੂੰ ਕਾਫੀ ਹੱਦ ਤੱਕ ਫੋਲੋ ਕਰਦਾ ਸੀਗਾ, ਸੋ ਉਹਨੂੰ ਨਪੋਲੀਅਨ ਦੀ ਪੂਰੀ ਹਿਸਟਰੀ ਬਾਰੇ ਵੀ ਪਤਾ ਸੀਗਾ। ਜਦੋਂ ਨਪੋਲੀਅਨ ਨੇ ਰਸ਼ੀਆ ਨੂੰ ਟੇਕ ਓਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਨਪੋਲੀਅਨ ਦੀ ਸਭ ਤੋਂ ਵੱਡੀ ਗਲਤੀ ਇਹ ਸੀਗੀ ਵੀ ਉਹਨੇ ਆਪਣੀਆਂ ਟਰੂਪਸ ਜੋ ਸੀ ਉਹ ਫਰਾਂਸ ਤੋਂ ਤੇ ਜਰਮਨ ਏਰੀਆ ਤੋਂ ਜੂਨ ਦੇ ਐਂਡ ਤੱਕ ਤੋਰੀਆਂ, ਤੇ ਜਦੋਂ ਉਹ ਜੂਨ ਦੇ ਐਂਡ ਤੋਂ ਤੁਰੀਆਂ ਤੇ ਰਸ਼ੀਆ ਪਹੁੰਚਣ ਤੱਕ ਰਸ਼ੀਅਨ ਵਿੰਟਰਸ ਜੋ ਸੀ ਉਹ ਸਟਾਰਟ ਹੋ ਗਏ ਸੀਗੇ। ਤੇ ਨਪੋਲੀਅਨ ਦੀ ਫੌਜ ਜੋ ਕਿ ਰਸ਼ੀਆ ਤੋਂ 10 ਟਾਈਮ ਸਟਰੋਂਗਰ ਸੀ ਨੰਬਰਸ ਵਿੱਚ ਵੀ ਹਥਿਆਰਾਂ ਵਿੱਚ ਵੀ, ਉਹ ਰਸ਼ੀਆ ਨੂੰ ਇਨਵੇਡ ਨਹੀਂ ਕਰ ਪਾਈ ਓਨਲੀ ਬਿਕਾਜ਼ ਰਸ਼ੀਆ ਦੇ ਵਿੰਟਰਸ ਜੋ ਸੀ ਉਹ ਇੰਨੇ ਜ਼ਿਆਦਾ ਬੁਰੇ ਸੀ, ਇੰਨੇ ਜ਼ਿਆਦਾ ਹਾਰਸ਼ ਸੀਗੇ ਕਿ ਉਹ ਮਿਲੀਟੈਂਟਸ ਤੋਂ ਉਹ ਵਿੰਟਰਸ ਝੱਲੇ ਨਹੀਂ ਗਏ। ਤੇ ਇਤਿਹਾਸ ਦੇ ਵਿੱਚ ਲਿਖਿਆ ਗਿਆ ਆ ਬਕਾਇਦਾ ਤੌਰ ਦੇ ਉੱਤੇ ਇਹ ਚੀਜ਼ਾਂ ਜੋ ਨੇ ਉਹ ਬੁੱਕਸ ਦੇ ਵਿੱਚ ਲਿਖੀਆਂ ਗਈਆਂ। ਪਰ ਜਦੋਂ ਵਰਲਡ ਵਾਰ 2 ਆਇਆ ਹਿਟਲਰ ਨੇ ਸ਼ਾਇਦ ਉਹ ਇਤਿਹਾਸ ਦਾ ਪੰਨਾ ਨਹੀਂ ਪੜਿਆ ਤੇ ਉਸਨੇ ਨਪੋਲੀਅਨ ਵਾਲੀ ਗਲਤੀ ਫੇਰ ਕੀਤੀ। ਜਦੋਂ ਵਰਲਡ ਵਾਰ 2 ਦੇ ਵਿੱਚ ਜਰਮਨ ਤੋਂ ਟਰੂਪਸ ਰਵਾਨਾ ਹੋਏ ਰਸ਼ੀਆ ਲਈ, ਉਹ ਅਰਾਊਂਡ ਦ ਸੇਮ ਟਾਈਮ ਹੋਏ ਤੇ ਅਗੇਨ ਟਰੂਪਸ ਨੂੰ ਸਾਹਮਣਾ ਕਰਨਾ ਪਿਆ ਰਸ਼ੀਅਨ ਵਿੰਟਰਸ ਦਾ, ਤੇ ਉਸ ਕਰਕੇ ਜਰਮਨੀ lost a battle that they had technically won because Hitler ਕੋਲੇ more manpower ਸੀ, better ਹਥਿਆਰ ਸੀਗੇ, ਐਂਡ ਜੇ ਉਸ ਵੇਲੇ ਹਿਟਲਰ ਰਸ਼ੀਆ ਨੂੰ ਇਨਵੇਡ ਕਰ ਲੈਂਦਾ ਤੇ ਵਰਲਡ ਵਾਰ 2 ਜਰਮਨੀ ਨੇ ਜਿੱਤ ਜਾਣਾ ਸੀ। ਬਟ ਉਹੀ ਗੱਲ ਆ, ਜੇ ਹਿਸਟਰੀ ਦੇ ਵਿੱਚ ਕਿਸੇ ਨੇ ਕੋਈ ਮਿਸਟੇਕ ਰਿਪੀਟ ਕੀਤੀ ਹੋਵੇ ਤੇ ਆਪਾਂ ਫੇਰ ਵੀ ਉਹ ਮਿਸਟੇਕ ਨੂੰ ਰਿਪੀਟ ਕਰੀਏ ਤੇ ਆਪਾਂ ਬੇਵਕੂਫ ਤੋਂ ਇਲਾਵਾ ਤਾਂ ਹੋਰ ਕੁਝ ਨਹੀਂ ਹੋਏ। ਤੇ ਮੈਨੂੰ ਲੱਗਦਾ ਸ਼ਾਇਦ ਮੋਦੀ ਸਾਹਿਬ ਨੇ ਹਿਸਟਰੀ ਦਾ ਉਹ ਪੰਨਾ ਜੋ ਸੀ ਉਹ ਨਾ ਪੜ੍ਹਿਆ ਹੋਵੇ ਜਾਂ ਉਹ ਭੁੱਲ ਗਏ ਹੋਣ, ਕਿਉਂਕਿ 3 ਸਾਲ ਹੋ ਗਏ ਨੇ ਤੇ ਅੱਜ ਵੀ ਕਸ਼ਮੀਰ ਓਨੀ ਹੀ ਡਿਸਟਰਬਡ ਹੈ ਜਿੰਨੀ ਉਦੋਂ ਸੀ। ਸ਼ਾਇਦ ਹੁਣ ਵੱਧ ਡਿਸਟਰਬਡ ਹੈ ਕਿਉਂਕਿ ਲੋਕਾਂ ਦਾ ਭਰੋਸਾ ਸੈਂਟਰ ਤੋਂ ਹੋਰ ਜ਼ਿਆਦਾ ਉੱਠ ਗਿਆ ਹੈ, ਉਹ ਹੋਰ ਜ਼ਿਆਦਾ ਨਿਰਾਸ਼ ਨੇ। ਬਟ ਇਹ ਫੈਸਲਾ ਕਰਨ ਵਾਲੇ ਤੁਸੀਂ ਸਾਰੇ ਆ, ਸੋ ਤੁਸੀਂ ਸਾਰੇ ਆਪਣੇ ਵਿਚਾਰ ਜੋ ਨੇ ਉਹ ਵੀ ਸਾਡੇ ਨਾਲ ਸਾਂਝੇ ਕਰੋ। ਤੁਹਾਨੂੰ ਕੀ ਲੱਗਦਾ ਕਿ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ ਇਸ ਫੈਸਲੇ ਤੋਂ, ਉਹ ਵੀ ਸਾਡੇ ਨਾਲ ਸ਼ੇਅਰ ਕਰੋ। ਆਪਣੇ ਵਿਚਾਰ ਤੁਸੀਂ ਕਮੈਂਟਸ ਰਾਹੀਂ ਸਾਡੇ ਨਾਲ ਸਾਂਝੇ ਕਰ ਰਹੇ ਹੋ ਤੇ ਇਦਾਂ ਹੀ ਬਾਸ ਟੀਵੀ ਦੇ ਨਾਲ ਜੁੜੇ ਰਹੋ। ਹੁਣ ਮੈਂ ਤੁਹਾਡੇ ਤੋਂ ਲੈਣੀ ਆ ਇਜਾਜ਼ਤ। ਸਤਿ ਸ਼੍ਰੀ ਅਕਾਲ।